ਲਵਪ੍ਰੀਤ ਲਾਡੀ ਦੇ ਵਕੀਲ ਸੁਨੀਲ ਮੱਲਣ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਹੁਣ ਬੇਅੰਤ ਕੌਰ ਦੇ ਮਾਤਾ-ਪਿਤਾ ਜੇਲ੍ਹ ਦੇ ਵਿੱਚ ਜਾਣਗੇ ਕਿ ਉਸ ਤੋਂ ਬਾਅਦ ਵੀ ਬੇਅੰਤ ਕੌਰ ਇੰਡੀਆ ਨਹੀਂ ਆਵੇਗੀ। ਸਿੱਧਾ ਕਈ ਤਰ੍ਹਾਂ ਦੇ ਨਾਲ ਇਹਨਾਂ ਗੱਲਾਂ ਤੋਂ ਹੀ ਸੰਕੇਤ ਦਿੱਤਾ ਜਾ ਰਿਹਾ ਹੈ। ਤਾਂ ਬੇਅੰਤ ਕੌਰ ਦੇ ਡਿਪੋਰਟ ਹੋਣ ਨੂੰ ਲੈ ਕੇ ਬਾਰ-ਬਾਰ ਸਵਾਲ ਪੁੱਛਿਆ ਜਾਂਦਾ ਹੈ। ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਵਕੀਲ ਸੁਨੀਲ ਮੱਲਣ ਦੇ ਵੱਲੋਂ ਕਿਹਾ ਗਿਆ ਕਿ ਮੈਂ ਵਾਅਦਾ ਕਰਦਾ ਕਿ ਜਲਦ ਹੀ ਬੇਅੰਤ ਕੌਰ ਡਿਪੋਰਟ ਹੋਵੇਗੀ। ਵੀਜ਼ਾ ਐਕਸਟੈਂਡ ਕੰਪਨੀ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਲਗਾਤਾਰ ਵਕੀਲ ਸਾਹਿਬ ਅਤੇ ਉਹਨਾਂ ਦੀ ਟੀਮ ਦੀ ਗੱਲਬਾਤ ਚੱਲ ਰਹੀ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਾ ਸਿਰਫ ਨੇਪਾਲ, ਭੂਟਾਨ, ਸ਼੍ਰੀਲੰਕਾ ਅਤੇ ਇਸ ਤੋਂ ਇਲਾਵਾ ਉਹ ਅਫਗਾਨਿਸਤਾਨ ਵਰਗੇ ਦੇਸ਼ ਨੂੰ ਵੀ ਚਿੱਠੀਆਂ ਭੇਜ ਚੁੱਕੇ ਨੇ। ਵਕੀਲ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਨਾਲ ਦੇ ਜਿਹੜੇ ਕੁਲੀਗਸ ਨੇ, ਨਾਲ ਦੇ ਵਰਕਰ ਨੇ, ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੇ ਵੱਲੋਂ ਦਿਨ ਰਾਤ ਇੱਕ ਕਰਕੇ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਵਕੀਲ ਸਾਹਿਬ ਦਾ ਕਹਿਣਾ ਹੈ ਕਿ ਉਹ ਈਮੇਲ ਕਰ ਰਹੇ ਨੇ, ਫੈਕਸ ਕਰ ਰਹੇ ਨੇ, ਚਿੱਠੀਆਂ ਭੇਜ ਰਹੇ ਨੇ ਤਾਂ ਕਿ ਹਰ ਇੱਕ ਤੱਕ ਇਹ ਮੁੱਦਾ ਪਹੁੰਚਾਇਆ ਜਾ ਸਕੇ। ਕਿਸੇ ਵੀ ਹੋਰ ਦੇਸ਼ ਦੇ ਵਿੱਚ ਜਾ ਕੇ ਬੇਅੰਤ ਕੌਰ ਸਟੇ ਨਾ ਲੈ ਸਕੇ, ਨਾ ਰਹਿ ਸਕੇ। ਇਸ ਕਰਕੇ ਹੀ ਉਹਨਾਂ ਦੇ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਦੇਸ਼ਾਂ ਤੋਂ ਉਹਨਾਂ ਨੂੰ ਕਨਫਰਮੇਸ਼ਨ ਮੇਲ ਵੀ ਆ ਚੁੱਕੀ ਹੈ, ਯਾਨੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਮੇਲਸ ਦਾ, ਭੇਜੀਆਂ ਗਈਆਂ ਚਿੱਠੀਆਂ ਦਾ ਜਵਾਬ ਵੀ ਜ਼ਰੂਰ ਵਾਪਸ ਪਹੁੰਚ ਰਿਹਾ ਹੈ ਵਕੀਲ ਸਾਹਿਬ ਦੇ ਕੋਲ। ਇਸ ਤੋਂ ਬਾਅਦ ਹੋਰ ਵਕੀਲ ਸਾਹਿਬ ਦਾ ਕਹਿਣਾ ਸੀ ਕਿ ਜਦੋਂ ਬੇਅੰਤ ਕੌਰ ਇੰਡੀਆ ਆਂਦੀ ਹੈ ਤਾਂ ਉਹਨਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਹੁੱਲੜਬਾਜ਼ੀ ਨਾ ਕਰਿਓ, ਸਿਰਫ ਬਲੈਕ ਰਿਬਨ ਜਾਂ ਫਿਰ ਬਲੈਕ ਪੱਟੀਆਂ ਬੰਨ੍ਹ ਕੇ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ। ਸ਼ਾਂਤਮਈ ਤਰੀਕੇ ਦੇ ਪ੍ਰਦਰਸ਼ਨ ਦੀ ਅਪੀਲ ਇਸ ਕਰਕੇ ਕੀਤੀ ਗਈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਕੇਸ ਖਰਾਬ ਨਾ ਹੋਵੇ ਅਤੇ ਉਹ ਆਸਾਨੀ ਦੇ ਨਾਲ ਜਾ ਕੇ ਆਪਣੀ ਗੱਲ ਅੱਗੇ ਰੱਖ ਸਕੇ। ਇਸ ਤੋਂ ਇਲਾਵਾ ਵਕੀਲ ਸਾਹਿਬ ਦਾ ਕਹਿਣਾ ਸੀ ਕਿ ਉਹ ਕੋਈ ਸਟਾਰ ਨਹੀਂ ਹੈ, ਇਸ ਕਰਕੇ ਅਜਿਹਾ ਰੌਲਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਰੱਬ ਦੀ ਪਤੇ ਬੇਅੰਤ ਕੌਰ ਤੋਂ ਇਲਾਵਾ ਉਹਦੀਆਂ ਸਹੇਲੀਆਂ ਵੀ ਜੇਕਰ ਇੰਡੀਆ ਆਉਣਗੀਆਂ ਤਾਂ ਹੁੱਲੜਬਾਜ਼ੀ ਨਾ ਕਰਨ ਦੀ ਅਪੀਲ ਸੁਨੀਲ ਮੱਲਣ ਵਕੀਲ ਦੇ ਵੱਲੋਂ, ਜੋ ਕਿ ਲਵਪ੍ਰੀਤ ਲਾਡੀ ਦੇ ਵਕੀਲ ਨੇ, ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਜਿੱਥੇ ਅਸੀਂ ਇੰਡੀਆ ਵਾਲੇ ਪੱਖ ਤੋਂ ਹਰ ਇੱਕ ਚੀਜ਼ ਨੂੰ ਘੋਖ ਪੜਤਾਲ ਕਰ ਰਹੇ ਹਾਂ, ਉੱਥੇ ਹੀ ਦੂਸਰੇ ਪਾਸੇ ਲਵਪ੍ਰੀਤ ਲਾਡੀ ਦੇ ਕੈਨੇਡੀਅਨ ਵਕੀਲ ਅਸ਼ੋਕ ਅਰੋੜਾ ਵੀ ਪੂਰੀ ਤਰ੍ਹਾਂ ਦੇ ਨਾਲ ਜੱਦੋ-ਜਹਿਦ ਕਰ ਰਹੇ ਨੇ। ਜਿੱਥੇ ਕੋਈ ਕਮੀ ਪੇਸ਼ੀ ਇੰਡੀਆ ਦੇ ਵਕੀਲਾਂ ਤੋਂ ਰਹਿ ਜਾਵੇਗੀ, ਉੱਥੇ ਹੀ ਕੈਨੇਡੀਅਨ ਵਕੀਲਾਂ ਦੇ ਵੱਲੋਂ ਉਹ ਸਭ ਕੁਝ ਸਾਂਭ ਲਿਆ ਜਾਵੇਗਾ। ਲਗਾਤਾਰ ਚਿੱਠੀਆਂ ਕੱਢੀਆਂ ਜਾ ਰਹੀਆਂ ਨੇ ਬਾਕੀ ਦੇ ਦੇਸ਼ਾਂ ਨੂੰ ਤਾਂ ਕਿ ਬੇਅੰਤ ਕੌਰ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲਿਆਂਦੀ ਜਾ ਸਕੇ। ਇੱਕ ਹੋਰ ਸਵਾਲ ਉਹਨਾਂ ਤੋਂ ਖਾਸ ਤੌਰ ਤੇ ਪੁੱਛਿਆ ਗਿਆ ਕਿ ਹੋਰ ਕਿਹੜੀਆਂ ਧਾਰਾਵਾਂ ਲੱਗਣਗੀਆਂ ਤੇ ਕਿਹੜੀਆਂ ਧਾਰਾਵਾਂ ਲੱਗਣੀਆਂ ਚਾਹੀਦੀਆਂ ਨੇ ਬੇਅੰਤ ਕੌਰ ਤੇ ਇਸ ਸਾਰੇ ਮਾਮਲੇ ਦੇ ਵਿੱਚ। ਇਸ 'ਤੇ ਉਹਨਾਂ ਦਾ ਕਹਿਣਾ ਸੀ ਕਿ ਸਾਰੇ ਪੰਜਾਬੀਆਂ ਨੇ ਉਹਨਾਂ ਨੂੰ ਨਿਰਾਸ਼ ਜ਼ਰੂਰ ਕੀਤਾ ਹੈ, ਕਿਉਂਕਿ ਵਿਆਹਾਂ ਦੀ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਧੋਖਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ, ਕਿਉਂਕਿ ਵਿਆਹ ਵਰਗਾ ਪਵਿੱਤਰ ਬੰਧਨ ਹੁੰਦਾ ਹੈ, ਇੱਕ ਪਿਆਰ ਦਾ ਰਿਸ਼ਤਾ ਹੈ। ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀ ਜਿਹੜੀ ਕਵਾਇਦ ਸ਼ੁਰੂ ਹੋਈ ਹੈ ਪੰਜਾਬ ਦੇ ਲੋਕਾਂ ਦੇ ਵਿੱਚ, ਪੰਜਾਬੀ ਪਰਿਵਾਰਾਂ ਦੇ ਵਿੱਚ, ਇਸ ਤੋਂ ਉਹ ਬਹੁਤ ਜ਼ਿਆਦਾ ਨਿਰਾਸ਼ ਨੇ। ਉਹਨਾਂ ਨੇ ਕਿਹਾ ਕਿ ਮਾਪਿਆਂ ਨੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਬਹੁਤ ਗਲਤ ਗੱਲ ਹੈ। ਅਜਿਹਾ ਨਹੀਂ ਕਰਨਾ ਚਾਹੀਦਾ। ਰਿਸ਼ਤਿਆਂ ਅਤੇ ਪਿਆਰ ਦੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਸਭ ਕੁਝ ਕਰਨਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਉਮਰ ਕੈਦ ਦੀ ਸਜ਼ਾ ਹੋਵੇ, ਕਿਉਂਕਿ ਉਹਨੇ ਸਿੰਗਲ ਲਿਖਵਾਇਆ ਹੋਇਆ ਹੈ, ਗਲਤ ਡਾਕੂਮੈਂਟ ਦਿੱਤੇ ਹੋਏ ਨੇ। ਵਕੀਲ ਸਾਹਿਬ ਦੇ ਵੱਲੋਂ ਦੱਸਿਆ ਗਿਆ ਕਿ 120B 465, 467, 468 ਅਤੇ 471, ਇਸ ਤੋਂ ਇਲਾਵਾ ਹੋਰ ਵੀ ਕਈ ਧਾਰਾਵਾਂ ਜੋ ਬਣਦੀਆਂ ਹੋਣਗੀਆਂ, ਸਭ ਧਾਰਾਵਾਂ ਬੇਅੰਤ ਕੌਰ 'ਤੇ ਜ਼ਰੂਰ ਲੱਗਣਗੀਆਂ। ਬੇਅੰਤ ਕੌਰ ਦੇ ਮਾਤਾ-ਪਿਤਾ ਨੂੰ ਜੇਲ੍ਹ ਜਾਣ ਤੋਂ ਬਾਅਦ ਵੀ ਕੀ ਬੇਅੰਤ ਕੌਰ ਇੰਡੀਆ ਨਹੀਂ ਆਵੇਗੀ? ਇਹ ਸਵਾਲ ਵੀ ਵਕੀਲ ਸਾਹਿਬ ਸੁਨੀਲ ਮੱਲਣ ਦੇ ਵੱਲੋਂ ਪੁੱਛਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜੇਕਰ ਉਹ ਫਿਰ ਵੀ ਨਹੀਂ ਆਉਂਦੀ ਤਾਂ ਉਹ ਨਾ ਹੀ ਆਵੇ, ਕਿਉਂਕਿ ਅਜਿਹੇ ਵਿਅਕਤੀ, ਅਜਿਹੇ ਬੱਚਿਆਂ ਨੂੰ ਲੈ ਕੇ ਉਹ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ ਕਿ ਜੇਕਰ ਅਜਿਹੀ ਔਲਾਦ ਹੈ ਤਾਂ ਫਿਰ ਉਹ ਨਾ ਹੀ ਆਵੇ। ਹਾਲਾਂਕਿ ਉਹਨਾਂ ਨੇ ਇਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਹੋਰ ਗੱਲ ਵੀ ਆਖੀ ਸੀ। ਬੇਅੰਤ ਕੌਰ ਨੂੰ ਕਿਹਾ ਸੀ ਜੇਕਰ ਉਹ ਮਾफ़ੀ ਮੰਗ ਲੈਂਦੀ ਹੈ ਤਾਂ ਚੰਗੀ ਰਹੇਗੀ। ਨਸੀਹਤ ਦਿੱਤੀ ਗਈ ਸੀ ਬੇਅੰਤ ਕੌਰ ਨੂੰ ਕਿ ਉਸਨੂੰ ਇਸ ਸਾਰੇ ਮਾਮਲੇ ਦੇ ਵਿੱਚ ਮਾफ़ੀ ਮੰਗ ਲੈਣੀ ਚਾਹੀਦੀ ਹੈ। ਪਰ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਮਾफ़ੀ ਮੰਗਣ ਦੇ ਨਾਲ ਬੇਅੰਤ ਕੌਰ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਜਾਵੇਗਾ? ਕਿ ਵਕੀਲ ਸਾਹਿਬ ਉਸਨੂੰ ਮਾफ़ ਕਰ ਦੇਣਗੇ? ਕੀ ਪਰਿਵਾਰ ਬੇਅੰਤ ਕੌਰ ਨੂੰ ਮਾफ़ ਕਰ ਦੇਵੇਗਾ? ਫਿਲਹਾਲ ਇਹ ਗੱਲਾਂ ਕਾफ़ੀ ਡੂੰਘੀਆਂ ਅਤੇ ਵੱਡੀਆਂ ਨੇ। ਫਿਲਹਾਲ ਤੁਹਾਨੂੰ ਇਹ ਦੱਸ ਦਈਏ ਕਿ
ਮਰਨ ਦੇ ਲਈ ਉਕਸਾਉਣ ਦੀ ਧਾਰਾ ਲੱਗੀ ਹੋਈ ਹੈ ਬੇਅੰਤ ਕੌਰ ਤੇ ਕਿ ਉਸਨੇ ਆਪਣੇ ਪਤੀ ਲਵਪ੍ਰੀਤ ਸਿੰਘ ਲਾਡੀ ਨੂੰ ਮਰਨ ਦੇ ਲਈ ਮਜਬੂਰ ਕੀਤਾ ਸੀ। ਇਸ ਕਰਕੇ 306 ਦੀ ਧਾਰਾ ਜੋੜੀ ਗਈ ਹੈ। ਇਸ ਤੋਂ ਪਹਿਲਾਂ 420 ਦਾ ਪਰਚਾ ਦਰਜ ਕੀਤਾ ਗਿਆ ਸੀ, ਜੋ ਕਿ ਇਹ ਦਰਸਾਉਂਦਾ ਹੈ ਕਿ ਬੇਅੰਤ ਕੌਰ ਦੇ ਵੱਲੋਂ ਧੋਖਾਧੜੀ ਕੀਤੀ ਗਈ ਸੀ, ਠੱਗੀ ਕੀਤੀ ਗਈ ਸੀ ਆਪਣੇ ਸਹੁਰਾ ਪਰਿਵਾਰ ਦੇ ਨਾਲ, ਆਪਣੇ ਪਤੀ ਲਵਪ੍ਰੀਤ ਸਿੰਘ ਲਾਡੀ ਦੇ ਨਾਲ। ਤਾਂ ਰਬਦੀਪ ਅਤੇ ਬੇਅੰਤ ਕੌਰ ਦੀਆਂ ਸਹੇਲੀਆਂ ਤੇ ਵੀ ਕਾਰਵਾਈ ਹੋਵੇਗੀ। ਇੱਕ ਵੱਡੀ ਗੱਲ ਸਾਹਮਣੇ ਆਈ ਹੈ ਇਸ ਸਮੇਂ। ਸੁਨੀਲ ਮੱਲਣ ਜੋ ਕਿ ਲਵਪ੍ਰੀਤ ਲਾਡੀ ਦੇ ਇੰਡੀਆ ਵਾਲੇ ਵਕੀਲ ਨੇ, ਉਹਨਾਂ ਦਾ ਕਹਿਣਾ ਹੈ ਕਿ ਡਾਇਰੈਕਟ ਜਾਂ ਫਿਰ ਇਨਡਾਇਰੈਕਟ ਤਰੀਕੇ ਦੇ ਨਾਲ ਜੇਕਰ ਕੋਈ ਵੀ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰਦਾ ਹੈ ਜਿਸ ਤੇ ਕਈ ਤਰ੍ਹਾਂ ਦੇ ਦੋਸ਼ ਸਾਬਿਤ ਹੋ ਰਹੇ ਨੇ, ਤਾਂ ਉਹਨਾਂ ਸਾਰੇ ਵਿਅਕਤੀਆਂ ਤੇ ਵੀ ਕਾਰਵਾਈ ਬਿਲਕੁਲ ਬਣਦੀ ਹੈ। ਇਸ ਕਰਕੇ ਉਹਨਾਂ ਨੇ ਇੱਥੇ ਰਬਦੀਪ ਦਾ ਨਾਮ ਵੀ ਲਿਆ ਤੇ ਬੇਅੰਤ ਕੌਰ ਦੀਆਂ ਸਹੇਲੀਆਂ ਦਾ ਵੀ ਜ਼ਿਕਰ ਕੀਤਾ। ਕਿਹਾ ਗਿਆ ਕਿ ਜਿਨ੍ਹਾਂ ਦੇ ਵੱਲੋਂ ਵੀ ਜਾਣੇ ਅਣਜਾਣੇ ਵਿੱਚ ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ ਤਰੀਕੇ ਦੇ ਨਾਲ ਮਦਦ ਕੀਤੀ ਗਈ ਹੈ, ਉਹਨਾਂ ਲੋਕਾਂ ਤੇ ਵੀ ਕਾਰਵਾਈ ਹੋਵੇਗੀ। ਇਸੇ ਦੇ ਚੱਲਦੇ ਉਹਨਾਂ ਨੇ ਮੀਡੀਆ ਤੇ ਜਥੇਬੰਦੀਆਂ ਦੇ ਇਕੱਠ ਹੋ ਕੇ ਇਨਸਾਫ ਦਿਵਾਉਣ ਦੀ ਲੜਾਈ ਦੇ ਵਿੱਚ ਸਾਥ ਦੇਣ ਦੇ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਇਹ ਕੇਸ ਇਸ ਕਰਕੇ ਹੀ ਇਨਸਾਫ ਦੇ ਨੇੜੇ ਪਹੁੰਚਿਆ ਕਿਉਂਕਿ ਮੀਡੀਆ ਅਤੇ ਕਈ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹ ਇਸ ਕੇਸ ਦੇ ਵਿੱਚ ਨਾਲ ਆ ਕੇ ਖੜੀਆਂ ਹੋਈਆਂ ਸਨ ਅਤੇ ਇਸ ਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਇਹਨਾਂ ਨੇ ਵੀ ਯੋਗਦਾਨ ਪਾਇਆ। ਉਹਨਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਬੇਅੰਤ ਕੌਰ ਦੇ ਵੱਲੋਂ 35 ਲੱਖ ਰੁਪਏ ਦਾ ਆਫਰ ਕੀਤਾ ਗਿਆ ਸੀ। ਲਵਪ੍ਰੀਤ ਲਾਡੀ ਦੇ ਵਕੀਲ ਦੇ ਵੱਲੋਂ ਦੱਸਿਆ ਗਿਆ ਕਿ ਬੇਅੰਤ ਕੌਰ ਦੇ ਵੱਲੋਂ 35 ਲੱਖ ਰੁਪਏ ਦਾ ਆਫਰ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਆਫਰ ਕਰ ਸਕਦੀ ਹੈ ਤਾਂ ਆਸੇ-ਪਾਸੇ ਕਿਸੇ ਹੋਰ ਨੂੰ ਵੀ ਕਰ ਸਕਦੀ ਹੈ। ਤੇ ਰਬਦੀਪ ਜੋਹਲ ਦੇ ਨਾਲ ਜਿਹੜੀ ਫੋਟੋ ਬੇਅੰਤ ਕੌਰ ਦੀ ਸਾਹਮਣੇ ਆਈ ਸੀ, ਉਸ ਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਕਦੇ ਤਾਂ ਬੇਅੰਤ ਕੌਰ ਕਹਿੰਦੀ ਹੈ ਕਿ ਉਹ ਫੋਟੋ ਮੇਰੀ ਹੈ ਹੀ ਨਹੀਂ ਕਿਉਂਕਿ ਉਸ ਫੋਟੋ ਦੇ ਵਿੱਚ ਕੁੜੀ ਦੇ ਮੂੰਹ ਤੇ ਤਿਲ ਨਹੀਂ ਸੀ। ਕਾਫੀ ਲੋਕਾਂ ਨੇ ਵੀ ਇਹ ਸਵਾਲ ਖੜੇ ਕੀਤੇ ਸਨ ਕਿ ਠੋਡੀ ਤੇ ਤਿਲ ਨਹੀਂ ਹੈ ਤੇ ਇਹ ਫੋਟੋ ਹੋ ਸਕਦਾ ਹੈ ਕਿ ਬੇਅੰਤ ਕੌਰ ਦੀ ਨਾ ਹੋਵੇ ਕਿਉਂਕਿ ਬੇਅੰਤ ਕੌਰ ਦੇ ਫੇਸ ਤੇ ਇੱਕ ਬਹੁਤ ਹੀ ਵੱਡਾ ਤਿਲ ਹੈ ਜੋ ਕਿ ਦੂਰੋਂ ਹੀ ਨਜ਼ਰ ਆਉਂਦਾ ਹੈ, ਪਰ ਉਸ ਫੋਟੋ ਦੇ ਵਿੱਚ ਨਹੀਂ ਸੀ। ਕਈ ਵਿਅਕਤੀਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਜ਼ਾਹਿਰ ਹੈ ਕਿ ਫੋਟੋ ਐਡਿਟ ਕੀਤੀ ਹੋਵੇਗੀ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਫੋਟੋ ਐਡਿਟ ਕਰਨੀ ਬਹੁਤ ਹੀ ਜ਼ਿਆਦਾ ਆਸਾਨ ਹੈ, ਇਸ ਕਰਕੇ ਤਿਲ ਨੂੰ ਹਟਾਇਆ ਵੀ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹ ਫੋਟੋ ਬੇਅੰਤ ਕੌਰ ਦੀ ਹੀ ਹੈ, ਪਰ ਇਹ ਇੱਕ ਗਰੁੱਪ ਫੋਟੋ ਸੀ, ਕੋਈ ਇਕੱਲਿਆਂ ਦੇ ਵਿੱਚ ਫੋਟੋ ਨਹੀਂ ਲਈ ਗਈ ਸੀ ਰਬਦੀਪ ਅਤੇ ਬੇਅੰਤ ਕੌਰ ਦੇ ਵੱਲੋਂ, ਸਗੋਂ ਇੱਕ ਗਰੁੱਪ ਫੋਟੋ ਸੀ। ਯਾਨੀ ਕਿ ਰਬਦੀਪ ਅਤੇ ਬੇਅੰਤ ਕੌਰ ਦੇ ਨਾਲ ਜਾਣ ਪਛਾਣ ਜ਼ਰੂਰ ਹੈ ਉਹਨਾਂ ਦੀ, ਹੁਣ ਕੋਈ ਨੇੜਤਾ ਦਾ ਸੰਬੰਧ ਹੈ ਜਾਂ ਨਹੀਂ ਇਸ ਬਾਰੇ ਅਸੀਂ ਕੁਝ ਨਹੀਂ ਆਖ ਸਕਦੇ, ਪਰ ਵਕੀਲ ਸਾਹਿਬ ਮੱਲਣ ਦਾ ਕਹਿਣਾ ਸੀ ਕਿ ਇਹ ਫੋਟੋ ਜਿਸ ਤਰੀਕੇ ਦੇ ਨਾਲ ਖਿਚਵਾਈ ਗਈ ਹੈ ਉੱਥੋਂ ਸਾਬਿਤ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਆਪਸੀ ਨੇੜਤਾ ਕੋਈ ਜ਼ਰੂਰ ਹੈ, ਇਸੇ ਕਰਕੇ ਇਸ ਤਰੀਕੇ ਦੇ ਨਾਲ ਫੋਟੋ ਖਿਚਵਾਈ ਗਈ ਹੈ ਤੇ ਜਾਣ-ਬੁੱਝ ਕੇ ਬਾਰ-ਬਾਰ ਬੇਅੰਤ ਕੌਰ ਦੇ ਵੱਲੋਂ ਫੋਟੋ ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਕਦੇ ਕਿਹਾ ਜਾਂਦਾ ਕਿ ਗਰੁੱਪ ਫੋਟੋ ਹੈ, ਕਦੇ ਮੰਨਿਆ ਹੀ ਨਹੀਂ ਜਾਂਦਾ ਕਿ ਉਸ ਦੀ ਫੋਟੋ ਹੈ ਅਤੇ ਕਈ ਵਾਰ ਕਿਹਾ ਜਾਂਦਾ ਹੈ ਕਿ ਇਸ ਸਾਰੇ ਮਾਮਲੇ ਤੇ ਉਸ ਦੇ ਵਕੀਲਾਂ ਦੇ ਵੱਲੋਂ ਗੱਲਬਾਤ ਕੀਤੀ ਜਾਵੇਗੀ। ਤਾਂ ਫਿਲਹਾਲ ਵਿਸਟਾ ਰਿਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਇਹ ਸਾਬਿਤ ਹੋ ਚੁੱਕਿਆ ਹੈ ਕਿ ਲਵਪ੍ਰੀਤ ਲਾਡੀ ਨੇ ਖੁਦਕੁਸ਼ੀ ਕੀਤੀ ਸੀ, ਮਜਬੂਰ ਹੋ ਕੇ ਖੁਦਕੁਸ਼ੀ ਕੀਤੀ ਸੀ। ਬੇਅੰਤ ਕੌਰ ਤੋਂ ਤੰਗ ਪਰੇਸ਼ਾਨ ਸੀ ਉਹ ਕਾਫੀ ਜ਼ਿਆਦਾ ਅਤੇ ਬਾਰ-ਬਾਰ ਉਸਨੇ ਆਖਰੀ ਦਿਨਾਂ ਦੇ ਵਿੱਚ, ਆਖਰੀ ਕੁਝ ਚੰਦ ਘੰਟਿਆਂ ਦੇ ਵਿੱਚ ਲਗਾਤਾਰ ਫੋਨ ਵੀ ਕੀਤਾ ਸੀ ਬੇਅੰਤ ਕੌਰ ਨੂੰ, ਪਰ ਉਸਨੇ ਉਹ ਫੋਨ ਨਹੀਂ ਚੁੱਕਿਆ ਸੀ। ਤਾਂ ਨਸੀਹਤ ਦਿੱਤੀ ਗਈ ਹੈ ਹੁਣ ਵਕੀਲ ਸਾਹਿਬ ਦੇ ਵੱਲੋਂ, ਕਿਹਾ ਗਿਆ ਕਿ ਬੇਅੰਤ ਕੌਰ ਨੂੰ ਮਾफ़ੀ ਮੰਗ ਲੈਣੀ ਚਾਹੀਦੀ ਹੈ। ਨਸੀਹਤ ਦਿੱਤੀ ਗਈ ਬੇਅੰਤ ਕੌਰ ਨੂੰ ਕਿ ਮਾफ़ੀ ਮੰਗ ਲਵੇ ਤਾਂ ਉਹ ਚੰਗੀ ਰਹੇਗੀ। ਤਾਂ ਇਸ ਦੇ ਨਾਲ ਹੀ ਉਹਨਾਂ ਨੇ ਬਾਕੀ ਦੇ ਜਿਹੜੇ ਕਿ ਅਜਿਹੇ ਪਤੀ ਪਤਨੀਆਂ ਨੇ, ਅਜਿਹੇ ਮੁੰਡੇ ਕੁੜੀਆਂ ਨੇ ਜੋ ਕਿ ਬਾਹਰ ਜਾ ਕੇ ਆਪਣੇ ਘਰ ਵਾਲੇ ਨੂੰ ਜਾਂ ਘਰ ਵਾਲੀ ਨੂੰ ਧੋਖਾ ਦਿੰਦੇ ਹਨ, ਉਹਨਾਂ ਨੇ ਅਜਿਹੇ ਜੋੜਿਆਂ ਨੂੰ, ਅਜਿਹੇ ਕੁੜੀਆਂ ਮੁੰਡਿਆਂ ਨੂੰ ਵੀ ਤਾੜਨਾ ਦਿੱਤੀ ਹੈ ਕਿ ਇਹ ਜਿਹੀ ਧੋਖੇਬਾਜ਼ੀ ਨਾ ਕਰੋ ਅਤੇ ਇਹਨਾਂ ਤੋਂ ਬਾਜ਼ ਆ ਜਾਵੋ। ਇਸ ਖਬਰ ਦੇ ਵਿੱਚ ਇੱਕ ਵੱਡੀ ਅਪਡੇਟ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਬੇਅੰਤ ਕੌਰ ਦੇ ਮਾਤਾ ਪਿਤਾ ਨੂੰ ਜੇਲ੍ਹ ਹੋ ਸਕਦੀ ਹੈ। ਵਕੀਲ ਸਾਹਿਬ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਡਾਇਰੈਕਟ ਇਨਡਾਇਰੈਕਟ ਮਦਦ ਕਰਨ ਵਾਲੇ ਕੋਈ ਵੀ ਉਹਦੇ ਦੋਸਤ ਹੋਣ, ਸਹੇਲੀਆਂ ਹੋਣ ਜਾਂ ਫਿਰ ਰਬਦੀਪ ਹੀ ਕਿਉਂ ਨਾ ਹੋਵੇ, ਉਹਨਾਂ ਤੇ ਵੀ ਡੂੰਘੀ ਕਾਰਵਾਈ ਕੀਤੀ ਜਾਵੇਗੀ।